सब तो ज़्यादा तो इज्जत मान सत्कार वाली गल है जो ये सरकार नहीं दे पा रही अजकल फौजियों फौज ਨੂੰ नहीं मिल रहा जो इज्जत मान सत्कार मिलना चाहिए ਸੀਗਾ। ਇਹਨਾਂ ਨੂੰ ਕੀ ਪਤਾ ਕਿਸੇ ਨਾਲ ਦੁਸ਼ਮਣ ਨਾਲ ਲੜੇ ਜਾਂਦੇ ਨੇ, ਜੰਗਾਂ ਲੜੀਆਂ ਹੁਣ ਇਹਨਾਂ ਦੇ ਚਹੇਤਿਆਂ ਨੇ, ਇਹਨਾਂ ਦੇ ਬੱਚਿਆਂ ਨੇ ਕਿਤੇ ਕੀਤਾ ਹੋਏਗਾ ਕਿ ਇਹ ਰੈਜੀਮੈਂਟੇਸ਼ਨ ਸਪਿਰਿਟ ਨੂੰ ਵੱਖ ਕਰਕੇ ਇਸ ਕਿਸਮ ਦੀ ਜੰਗ ਲੜੀ ਜਾ ਸਕਦੀ ਹੈ। ਇਹਨਾਂ ਨੂੰ ਕੀ ਪਤਾ ਕਿਸ ਤਰੀਕੇ ਨਾਲ ਉਹਨਾਂ ਦਾ ਮਨੋਬਲ ਉੱਚਾ ਕਰਕੇ ਉਹਨਾਂ ਨੂੰ ਮੋਟੀਵੇਟ ਕਰਕੇ ਉਹਨਾਂ ਦੇ ਅੰਦਰ ਪਲਟਨ ਦਾ ਨਾਮ ਨਮਕ ਨਿਸ਼ਾਨ ਵਾਲਾ ਉਹ ਉਸ ਪਾਸੇ ਮੋਟੀ ਵੱਲ ਲਿਜਾ ਕੇ ਉਹ ਕੁਰਬਾਨੀ ਦਿੰਦੇ। ਨੌਜਵਾਨ ਜਿਹੜੇ ਕਿ ਸਿਰਫ ਪਿਛਲੇ 3 ਸਾਲਾਂ ਤੋਂ ਤੜਫ ਰਹੇ ਨੇ ਭਰਤੀ ਫੌਜ 'ਚ ਹੋਣ ਵਾਸਤੇ, ਕਾਮਯਾਬ ਵੀ ਹੋ ਗਏ, ਉਹਨਾਂ ਨੂੰ ਸੱਦਾ ਨਹੀਂ ਦਿੱਤਾ ਗਿਆ, ਉਹਨਾਂ ਨੇ ਸੁਸਾਈਡ ਕਰਨੇ ਸ਼ੁਰੂ ਕਰਤੇ। ਰਾਜਨਾਥ ਸਿੰਘ ਜਾਂਦੇ ਨੇ ਫੌਜ ਕੋਲੇ, ਮੋਦੀ ਸਾਹਿਬ ਜਾਂਦੇ ਨੇ, ਉਦੋਂ ਜੈਕਾਰੇ ਲਾਉਣ ਦੇ ਲਈ ਕਹਿੰਦੇ ਨੇ ਕਿ ਇੱਕ ਵਾਰ ਫਿਰ ਤੋਂ ਜੈਕਾਰਾ ਲਾਓ। ਇਹ ਤੇ ਫਿਰ ਗੱਲ ਵੋਟ ਰਾਜਨੀਤੀ ਦੀ ਹੈ, ਇਹ ਤੇ ਗੱਲ ਫੌਜ ਦੇ ਸਿਆਸੀਕਰਨ ਕਰਨ ਵਾਲੀ ਗੱਲ ਹੈ। ਤਾਂ ਕੀ ਹੋ ਗਿਆ, ਮੁਜ਼ਾਹਰੇ ਹੋ ਰਹੇ ਨੇ ਬਾਕੀ ਕਈ ਸੂਬਿਆਂ 'ਚ। ਪਹਿਲਾਂ ਆਪਾਂ ਟਰਾਂਸਪੋਰਟ ਠੇਕੇ ਤੇ ਦਿੱਤੀ, ਬਿਜਲੀ ਠੇਕੇ ਤੇ ਦਿੱਤੀ, ਹੁਣ ਕੋਈ ਵਿਭਾਗ ਨਹੀਂ ਰਿਹਾ, ਹਰ ਚੀਜ਼ ਆਪਾਂ ਠੇਕੇ ਤੇ ਕਰਤੀ ਹੈ। ਕੀ ਫੌਜ ਦਾ ਠੇਕਾਕਰਨ ਹੋ ਸਕਦਾ? ਜੇ ਫੌਜ ਵੀ ਠੇਕੇ ਤੇ ਦੇ ਦੇਣੀ ਹੈ ਤੇ ਫਿਰ ਕਾਹਦੇ ਕਿਤੇ ਸਰਕਾਰ ਨੇ ਕਿਹਾ ਕਿ ਉਹਨਾਂ ਨੂੰ ਸਹੂਲਤਾਂ ਦਿੱਤੀਆਂ ਜਾਣਗੀਆਂ, ਕੋਈ ਸ਼ਹੀਦ ਹੋ ਜਾਂਦਾ ਉਹਨੂੰ 1 ਕਰੋੜ ਦੀ ਰਾਸ਼ੀ ਦਿੱਤੀ ਜਾਏਗੀ, ਉਹ ਪੈਸੇ ਨਾਲ ਗੱਲਬਾਤ ਨਹੀਂ ਬਣਦੀ ਹੁੰਦੀ। ਤੁਸੀਂ ਕਰਨਾ ਰੁਜ਼ਗਾਰ ਦੇ ਬੜੀ ਚੰਗੀ ਗੱਲ ਹੈ, ਉਹਨਾਂ ਨੂੰ 10 ਸਾਲ ਤੇ ਘੱਟ ਕਰ ਦੇ ਦਿਓ, 4-4 ਸਾਲ ਕਰਕੇ। ਪ੍ਰਾਈਮ ਏਸ਼ੀਆ ਤੇ ਤੁਹਾਡਾ ਸਵਾਗਤ। ਮੈਂ ਹਾਂ ਆਨੰਦਪ੍ਰੀਤ ਸਿੰਘ। ਕੇਂਦਰ ਸਰਕਾਰ ਦੇ ਵੱਲੋਂ ਇੱਕ ਨਵਾਂ ਫੈਸਲਾ ਉਹ ਲਿਆ ਗਿਆ ਨਵੇਂ ਜਵਾਨਾਂ ਨੂੰ ਫੌਜ ਦੇ ਵਿੱਚ ਭਰਤੀ ਕਰਨ ਨੂੰ, ਪ੍ਰਕਿਰਿਆ ਨੂੰ ਲੈ ਕੇ, ਕਿ ਹੁਣ ਨਵੇਂ ਤਰੀਕੇ ਦੇ ਨਾਲ 4 ਸਾਲਾਂ ਦੇ ਲਈ ਜਿਹੜੇ ਜਵਾਨ ਉਹ ਭਰਤੀ ਹੋਣਗੇ। ਬਹੁਤ ਸਾਰੇ ਲੋਕ ਉਸ ਦਾ ਵਿਰੋਧ ਕਰ ਰਹੇ ਨੇ। ਸਰਕਾਰ ਜ਼ਰੂਰ ਇਸ ਫੈਸਲੇ ਨੂੰ ਕਹਿ ਰਹੀ ਹੈ ਕਿ ਇਹ ਇਤਿਹਾਸਕ ਫੈਸਲਾ ਹੈਗਾ। ਇਸ ਫੈਸਲੇ ਦੇ ਕੀ ਨਤੀਜੇ ਨਿਕਲਣਗੇ ਆਉਣ ਵਾਲੇ ਸਮੇਂ ਦੇ ਵਿੱਚ ਗੱਲਬਾਤ ਕਰਾਂਗੇ। ਸਾਡੇ ਨਾਲ ਬ੍ਰਿਗੇਡੀਅਰ ਕੁਲਦੀਪ ਸਿੰਘ ਕਾਲੋ ਜੀ ਨੇ। ਇਹਨਾਂ ਤੋਂ ਸਮਝਣ ਦੀ ਕੋਸ਼ਿਸ਼ ਕਰਦੇ ਹਾਂ ਕਿ ਪੂਰਾ ਮਸਲਾ ਹੈ ਕਿ ਜਵਾਨਾਂ ਨੂੰ ਲਈ ਇਹ ਪ੍ਰਕਿਰਿਆ ਕਿਸ ਤਰੀਕੇ ਦੇ ਨਾਲ ਫਾਇਦੇਮੰਦ ਹੋਏਗੀ ਜਾਂ ਨੁਕਸਾਨਦਾਈ ਹੋਏਗੀ, ਕਿਵੇਂ ਸੋਚਦੇ ਨੇ, ਕੀ ਪ੍ਰਤੀਕਿਰਿਆ ਰੱਖਦੇ ਨੇ, ਨਾ ਜਾਣਨ ਦੀ ਕੋਸ਼ਿਸ਼ ਕਰਦੇ ਹਾਂ। ਕਾਲੋ ਸਾਹਿਬ ਬਹੁਤ ਬਹੁਤ ਸਵਾਗਤ ਜੀ। ਥੈਂਕ ਯੂ ਵੈਰੀ ਮਚ, ਬਹੁਤ ਬਹੁਤ ਧੰਨਵਾਦ ਅਨੰਦਪ੍ਰੀਤ ਜੀ। ਬ੍ਰਿਗੇਡੀਅਰ ਸਾਹਿਬ ਕਿਵੇਂ ਦੇਖਦੇ ਹੋ ਇਸ ਫੈਸਲੇ ਨੂੰ, ਥੋੜਾ ਸਮਝਾਇਓ। ਤੁਹਾਡੇ ਮੁਤਾਬਕ ਇਹ ਫੈਸਲਾ ਕਿੰਨਾ ਕੁ ਜਾਇਜ਼ ਹੈ? ਓਕੇ, ਜਦੋਂ ਵੀ ਕਿਸੇ ਸਿਸਟਮ, ਕਿਸੇ ਸਮਾਜ, ਕਿਸੇ ਸੱਭਿਆਚਾਰ 'ਚ ਕੋਈ ਬਦਲਾਅ ਆਉਂਦਾ ਤੇ ਉਹਦਾ ਵਿਰੋਧ ਵੀ ਹੁੰਦਾ ਤੇ ਉਹਦੇ ਪੱਖ 'ਚ ਵੀ ਕੁਝ ਹੁੰਦੇ ਨੇ ਪਹਿਲੂ। ਮਗਰ ਆ ਜਿਹੜਾ ਫੈਸਲਾ ਹੁਣ ਇਹ ਇੱਕ ਅਗਨੀ ਪੱਥ ਤੇ ਅਗਨੀ ਵੀਰਾਂ ਵਾਸਤੇ ਭਰਤੀ ਵਾਸਤੇ ਜੋ 4 ਸਾਲਾਂ ਵਾਸਤੇ ਕੀਤਾ ਗਿਆ, ਇਹਦਾ 90% ਵਿਰੋਧ ਹੋ ਰਿਹਾ, ਬਲਕਿ 95% ਵਿਰੋਧ ਹੋ ਰਿਹਾ, ਉੱਪਰ ਤੋਂ ਲੈ ਕੇ ਹੇਠਾਂ ਤੱਕ। ਵਿਰੋਧ ਕਿਉਂ ਹੋ ਰਿਹਾ ਜੀ? ਵਿਰੋਧ ਇਸ ਕਰਕੇ ਹੋ ਰਿਹਾ ਕਿ ਜੇ ਨੌਜਵਾਨ ਜਿਹੜੇ ਕਿ ਸਿਰਫ ਪਿਛਲੇ 3 ਸਾਲਾਂ ਤੋਂ ਤੜਫ ਰਹੇ ਨੇ ਭਰਤੀ ਫੌਜ 'ਚ ਹੋਣ ਵਾਸਤੇ, ਕਾਮਯਾਬ ਵੀ ਹੋ ਗਏ, ਉਹਨਾਂ ਨੂੰ ਸੱਦਾ ਨਹੀਂ ਦਿੱਤਾ ਗਿਆ, ਉਹਨਾਂ ਨੇ ਸੁਸਾਈਡ ਕਰਨੇ ਸ਼ੁਰੂ ਕਰਤੇ। ਕਹਾਂ ਹਿਮਾਚਲ, ਹਰਿਆਣਾ ਵਰਗੇ, ਉਹ ਪ੍ਰਾਂਤ, ਪੰਜਾਬ ਉਹ ਸੂਬਾ ਜਿੱਥੋਂ ਕਿ ਸਭ ਤੋਂ ਜ਼ਿਆਦਾ ਭਰਤੀ, ਸਭ ਤੋਂ ਜ਼ਿਆਦਾ ਕੁਰਬਾਨੀਆਂ ਦੇਸ਼ ਦੀ ਏਕਤਾ, ਦੇਸ਼ ਦੀ ਅਖੰਡਤਾ ਨੂੰ ਕਾਇਮ ਰੱਖਣ ਵਾਸਤੇ, ਦੇਸ਼ ਦੀ ਆਜ਼ਾਦੀ ਸਮੇਂ ਤੋਂ ਲੈ ਕੇ ਹੁਣ ਤੱਕ ਉਹ ਇਹਨਾਂ ਦਾ ਯੋਗਦਾਨ ਰਿਹਾ। ਉਹਨਾਂ ਨੂੰ ਭਰਤੀ ਤੋਂ ਵਾਂਝਾ ਰੱਖਿਆ ਗਿਆ। ਸਰਕਾਰ ਨੇ ਸੋਚਿਆ, ਦਰਅਸਲ ਗੱਲ ਹੈ ਕਿ ਪਿਛਲੇ ਲੰਬੇ ਸਮੇਂ ਤੋਂ ਇਹ ਸਰਕਾਰ ਬੜੀ ਸਰਕਾਰ ਦੇ ਨਾਲ ਖਾਸ ਤੌਰ ਤੇ ਬਿਊਰੋਕ੍ਰੇਸੀ ਵਿੱਚ ਹੀ ਸਰਕਾਰ ਹੈ ਕਿ ਬਜਟ ਘੱਟ ਕਰੋ, ਫੌਜ ਦਾ ਬਜਟ ਘੱਟ ਕਰੋ ਤੇ ਫੌਜ ਦੇ ਬਜਟ ਤਨਖਾਹ ਪੱਤੇ ਘੱਟ ਕਰੋ, ਇਹਨਾਂ ਨੂੰ ਪੈਨਸ਼ਨਾਂ ਦੀ ਰੋਕ ਦਿਓ, ਘੱਟ ਕਰ ਦਿਓ। ਉਸ ਨਾਲ ਇਹ ਜਿਹੜਾ ਸਾਰਾ ਸਿਸਟਮ ਬਦਲਾਅ ਆ ਰਿਹਾ ਤੇ ਇਹ ਕਹਿ ਕੇ ਕਿ 4 ਸਾਲਾਂ ਵਾਸਤੇ ਉਹਨਾਂ ਨੂੰ ਨੌਕਰੀ ਦਿੱਤੀ ਜਾਏਗੀ। ਠੀਕ ਹੈ, ਇੱਕ ਨੌਕਰੀ ਤਾਂ ਠੀਕ ਹੈ, ਪਰ ਫੌਜ ਇੱਕ ਰੋਮਾਂਚਕ ਗੌਰਮਈ ਇੱਕ ਕਿੱਤਾ ਹੈਗਾ। ਅੱਛਾ, 4 ਸਾਲਾਂ ਤੋਂ ਬਾਅਦ ਫਿਰ ਉਹ ਛਾਂਟੀ ਕਰਤੀ ਜਾਏਗੀ, ਫਿਰ ਉਹਨਾਂ 'ਚੋਂ 25% ਲੈ ਜਾਣਗੇ, ਤਨਖਾਹ 30,000। ਚਲੋ ਉਹ ਤਾਂ ਠੀਕ ਹੈ, ਜਿਹੜੇ ਚਲੇ ਜਾਣਗੇ 11.71 ਲੱਖ ਜਿਹੜਾ ਹੁਣ ਦਿੱਤਾ ਜਾਏਗਾ। ਮੁੜ ਵਸੇਬਾ ਕਿੱਥੇ ਹੋ ਰਿਹਾ? ਹੁਣ ਗੱਲ ਇਹ ਵੇ ਕਿ ਉਹਨਾਂ ਵਿਚਾਰਿਆਂ ਵਾਸਤੇ ਬਾਅਦ 'ਚ ਕੀ ਹੋਏਗਾ। ਇੱਕ ਪੱਖੋਂ ਤਾਂ ਥੋੜ੍ਹੀ ਜਿਹੀ ਗੱਲ ਠੀਕ ਹੈ ਕਿ ਜਿਹੜੇ ਨਸ਼ਾ ਵੱਲ ਜਾ ਰਹੇ ਸੀ ਉਹਨਾਂ ਨੂੰ ਟੈਂਪਰੇਰੀ ਰੁਜ਼ਗਾਰ ਜ਼ਰੂਰ ਮਿਲੇਗਾ, ਪਰ ਪੱਕੇ ਤੌਰ 'ਤੇ ਨਹੀਂ।
ਖੱਜਲ ਖੁਆਰੀ ਬਾਅਦ 'ਚ ਹੋਏਗੀ। ਇਸ ਵਾਸਤੇ ਉਹਨਾਂ ਦੀ ਜਿਹੜੀ ਟ੍ਰੇਨਿੰਗ ਦਾ ਪੀਰੀਅਡ ਹੈ, ਆਨੰਦਪ੍ਰੀਤ ਜੀ ਬੜੇ ਅਫਸੋਸ ਦੀ ਗੱਲ ਹੈ, ਉਹ ਟ੍ਰੇਨਿੰਗ ਪੀਰੀਅਡ ਜਿਹੜਾ ਸਿਰਫ 6 ਹਫ਼ਤਿਆਂ ਤੋਂ 6 ਮਹੀਨੇ ਦੇ ਦਰਮਿਆਨ ਜੇ ਦੱਸੋ ਅੱਜ ਕੱਲ੍ਹ ਦਾ ਇੱਕ ਰਿਕਰੂਟ 1 ਸਾਲ ਟ੍ਰੇਨਿੰਗ ਕਰਦਾ ਹੈ, ਬੜੀ ਇੰਟੈਂਸਿਵ ਟ੍ਰੇਨਿੰਗ ਸਖਤ ਸਿਖਲਾਈ ਹੁੰਦੀ ਹੈ। ਉਦੋਂ ਬਾਅਦ ਫਿਰ ਉਹਦੀ ਪਲਟਨ ਦੇ ਵਿੱਚ ਸਿੱਖਣ ਤੇ ਉਹਨੂੰ ਸਿਖਾਉਣ ਵਾਸਤੇ ਹੀ 10 ਸਾਲ ਲੱਗ ਜਾਂਦੇ, 5 ਸਾਲ ਉਹਦੇ ਸਿੱਖਣ ਵਾਸਤੇ ਲੱਗਦੇ ਨੇ, 5 ਸਾਲ ਸਿਖਾ, ਇਹ 4 ਸਾਲਾਂ 'ਚ ਕੀ ਸਿੱਖੇਗਾ, ਕੀ ਸਿਖਾਏਗਾ, ਕਈ ਕੰਮ ਕਰੇਗਾ। ਉਦੋਂ ਬਾਅਦ ਇਹ ਉਸ ਪੱਖੋਂ ਤਾਂ ਠੀਕ ਹੈ, ਪਰ ਰਾਸ਼ਟਰੀ ਸੁਰੱਖਿਆ ਇਹਦੇ ਨਾਲ ਪ੍ਰਭਾਵਿਤ ਹੋਏਗੀ। ਉਹ ਕਿਵੇਂ ਹੋਏਗੀ? ਜੇ ਹੁਣ 25% ਲੈ ਜਾਂਦੇ ਨੇ, 44,000 ਕਹਿੰਦੇ ਨੇ ਸਾਲ ਲੈਣੇ ਨੇ, 25% ਉਹ ਬਾਅਦ 'ਚ ਫਿਰ ਦੁਬਾਰਾ ਸਿਲੈਕਸ਼ਨ ਹੋਏਗੀ, ਲੈ ਜਾਂਦੇ ਨੇ, ਇਹਦਾ ਮਤਲਬ ਹੈ ਕੋਈ 12-16 ਸਾਲਾਂ ਦੇ ਵਿੱਚ 25% ਕਰਦੇ ਆ। ਇਹਨਾਂ ਦੀ ਸੰਖਿਆ ਜਿਹੜੀ ਹੈ, ਇਹ ਫੌਜ ਜਿਹੜੀ ਗਿਣਤੀ ਇਸ ਵੇਲੇ 14-15 ਲੱਖ ਹੈ, ਤੇ ਉਹਦੇ ਅੱਧੀ ਪਚੱਧੀ ਕੁਛ ਨਾ ਕੁਛ ਤੇ ਹੋਏਗਾ। ਪਰ ਕਿਹੜੀ ਫੌਜ ਰਹਿ ਜਾਏਗੀ? ਉਹ ਅਧੂਰੀ ਫੌਜ ਜਿਹੜੀ ਕਿ ਸਿਖਲਾਈ ਪ੍ਰਾਪਤ ਨਹੀਂ। ਇਸ ਵੇਲੇ ਜੋ ਜਜ਼ਬਾ, ਜੋ ਕੌਮੀ ਜਜ਼ਬੇ ਦੇ ਨਾਲ ਜਿਹੜੇ ਪਲਟਨਾਂ 'ਚ ਜਾ ਕੇ ਉਹਨਾਂ ਨੂੰ ਉਹ ਟ੍ਰੇਨਿੰਗ ਸਿਖਲਾਈ ਮਿਲਦੀ ਹੈ, ਕਿੱਤਾ ਭਰਪੂਰ ਸਿਖਲਾਈ, ਉਹ ਕਿੱਥੋਂ ਹਾਸਲ ਹੋਏਗੀ ਇੰਨੇ ਥੋੜ੍ਹੇ ਸਮੇਂ ਵਿੱਚ? 4 ਸਾਲਾਂ ਵਿੱਚ ਤੇ ਉਹ ਸਿੱਖ ਨਹੀਂ ਪਾਏਗਾ, ਤੇ ਉੱਥੇ ਉਹਨੇ ਫਿਰ ਜਾ ਕੇ ਉੱਥੇ ਉਹਨੂੰ ਜੰਗੀ ਚਾਲਾਂ ਸਿਖਾਉਣੀਆਂ ਨੇ। ਉਸ ਪਲਟਨ, ਉਸ ਰੈਜੀਮੈਂਟ ਜਿਹੜੀਆਂ ਫਾਈਨੈਸਟ ਆਫ ਟ੍ਰੈਡੀਸ਼ਨ ਨੇ, ਪਰੰਪਰਾਵਾਂ ਨੇ, ਲੜਨ ਵਾਲੀਆਂ ਕੁਰਬਾਨੀਆਂ ਕੀਤੀਆਂ ਨੇ, ਭਾਵੇਂ ਉਹ ਡੋਗਰਾ ਰੈਜੀਮੈਂਟ ਹੋਵੇ, ਸਿੱਖ ਰੈਜੀਮੈਂਟ ਹੋਵੇ, ਗੋਰਖਾ ਹੋਵੇ, ਉਹ ਉਹਨਾਂ ਦੇ ਵਿੱਚ ਦੇਸ਼ ਪ੍ਰਤੀ ਵਾਲਾ ਜਜ਼ਬਾ ਨਹੀਂ ਭਰਿਆ ਜਾ ਸਕੇਗਾ। ਇਸ ਵਾਸਤੇ ਜਿਹੜੀ ਫੌਜ ਹੋਏਗੀ ਉਹ ਅਧਿਕ ਪਦੋਜੀ ਟ੍ਰੇਨ ਫੌਜ ਹੋਏਗੀ। ਬ੍ਰਿਗੇਡੀਅਰ ਸਾਹਿਬ, ਇੱਥੇ ਇੱਕ ਸਵਾਲ ਉੱਠਦਾ, ਜਿਸ ਤਰੀਕੇ ਨਾਲ ਤੁਸੀਂ ਪੰਜਾਬ ਰੈਜੀਮੈਂਟ ਦਾ ਜ਼ਿਕਰ ਕੀਤਾ ਹੈਗਾ, ਜਾਂ ਗੋਰਖਾ ਬਟਾਲੀਅਨ ਦਾ ਜ਼ਿਕਰ ਕੀਤਾ, ਜਾਂ ਉਸ ਤਰੀਕੇ ਨਾਲ ਕਈ ਜਿਹੜੀਆਂ ਇਹੋ ਜਿਹੀਆਂ ਬਟਾਲੀਅਨ ਨੇ ਜਿਨ੍ਹਾਂ ਦਾ ਨਾਮ ਉਹ ਦੇਸ਼ ਦੇ ਇਤਿਹਾਸ ਦੇ ਵਿੱਚ ਸੁਨਹਿਰੀ ਅੱਖਰਾਂ ਦੇ ਵਿੱਚ ਲਿਖਿਆ ਗਿਆ ਪਿਛਲੇ ਸਮੇਂ ਦੌਰਾਨ, ਤੇ ਅੱਗੇ ਵੀ ਲਿਖਿਆ ਜਾਊਗਾ। ਉਹਨਾਂ ਦੇ ਵਿੱਚ ਇੱਕ ਭਰਤੀ ਦੇ ਲਈ ਇੱਕ ਰਾਖਵਾਂ ਕੋਟਾ ਹੁੰਦਾ ਸੀਗਾ, ਉਸ ਕੋਟੇ ਦੇ ਉੱਤੇ ਵੀ ਅਸਰ ਪਏਗਾ ਇਸ ਪ੍ਰਕਿਰਿਆ ਦੇ ਨਾਲ? ਪਏਗਾ। ਹੁਣ ਤੇ ਸੈਨਾ ਮੁਖੀ ਕਹਿ ਚੁੱਕਿਆ ਕਿ ਲੋੜ ਹੀ ਕੋਈ ਨਹੀਂ ਰੈਜੀਮੈਂਟੇਸ਼ਨ ਦੀ, ਗੋਰਖਾ, ਸਿੱਖ, ਪੰਜਾਬ, ਡੋਗਰਾ ਰੈਜੀਮੈਂਟ, ਜਾਟ ਵਿੱਚ ਲੋੜ ਨਹੀਂ ਹੈ, ਕਹਿੰਦਾ ਇਹ ਮਿਕਸ ਕਰ ਦਿਓ। ਇਹ ਸੈਨਾ ਮੁਖੀ ਦਾ, ਮਨੋਜ ਦਾ ਇਹ ਬਿਆਨ ਹੈ, ਹੁਣ ਮਿਕਸ ਕਰ ਦਿਓ ਉਹਨਾਂ ਨੂੰ। ਵੈਸੇ ਤੇ ਅੱਜ ਕੱਲ੍ਹ ਦੇ, ਆਮ ਸੌਰੀ ਟੂ ਸੇ, ਇਹਨਾਂ ਜੰਗਾਂ ਤੇ ਲੜੀਆਂ ਨਹੀਂ ਜਿੰਨੇ ਵੀ ਨੇ ਅੱਜ ਕੱਲ੍ਹ। ਇਹਨਾਂ ਨੂੰ ਕੀ ਪਤਾ ਕਿਸ ਤਰੀਕੇ ਨਾਲ ਉਹਨਾਂ ਦਾ ਮਨੋਬਲ ਉੱਚਾ ਕਰਕੇ, ਉਹਨਾਂ ਨੂੰ ਮੋਟੀਵੇਟ ਕਰਕੇ, ਉਹਨਾਂ ਦੇ ਅੰਦਰ ਪਲਟਨ ਦਾ ਨਾਮ, ਨਮਕ, ਨਿਸ਼ਾਨ ਵਾਲਾ ਇਹ ਉਹ ਉਸ ਪਾਸੇ ਮੋਟੀ ਵੱਲ ਲਿਜਾ ਕੇ ਉਹ ਕੁਰਬਾਨੀਆਂ ਦਿੰਦੇ। ਮੈਂ ਇੱਥੇ ਗੱਲ ਆਨੰਦਪ੍ਰੀਤ ਜੀ ਕਰਨਾ ਚਾਹੁੰਦਾ, 65 ਦੀ ਜੰਗ ਦੀ ਗੱਲ ਕਰਨਾ ਚਾਹੁੰਦਾ। ਮੇਜਰ ਮੇਘ ਸਿੰਘ ਜਿਹਨੇ ਕਿ ਵਰਲਡ ਵਾਰ 2 ਦੀ ਜੰਗ ਲੜੀ ਸੀ, ਉਹ ਜਨਰਲ ਬਖਸ਼ ਸੁਪਰ ਸੀਡ ਹੋ ਗਿਆ ਸੀ, ਕਈ ਕੰਮ ਕਰਕੇ ਥੋੜੀ ਪ੍ਰੋਬਲਮ ਹੋ ਗਈ। ਉਹ ਜਨਰਲ ਬਖਸ਼ ਸਿੰਘ ਆਰਮੀ ਕਮਾਂਡਰ ਸ਼ਿਮਲਾ ਹੋਣ ਕੇ ਪਾਸ ਚਲਾ ਗਿਆ, ਕਹਿੰਦਾ ਮੈਂ ਆਪਣੇ ਉਹਨੇ ਪੇਪਰ ਪੁੱਟ ਅਪ ਕੀਤੇ ਸੀ ਕਿ ਮੈਂ ਜਾਣਾ ਚਾਹੁੰਦਾ ਫੌਜ ਛੱਡ ਕੇ। ਉਹਨੂੰ ਕਹਿੰਦਾ, ਜਨਰਲ ਸਾਹਿਬ ਨੂੰ ਕਹਿੰਦਾ ਕਿ ਮੈਂ ਆਪਣਾ ਜਿਹੜਾ ਜੰਗੀ ਤਜਰਬਾ ਵਰਲਡ ਵਾਰ 2 ਦਾ, ਮੈਂ ਇਸ ਸਮੇਂ ਕੌਮ ਨੂੰ, ਦੇਸ਼ ਨੂੰ ਵੰਗਾਰ ਹੈ, ਤੇ ਮੈਂ ਉਹ ਦੁਸ਼ਮਣ ਦੇ ਪਿੱਛੇ ਜਾ ਕੇ ਮੈਂ ਯੋਗਦਾਨ ਪਾਉਣਾ ਚਾਹੁੰਦਾ। ਉਹਨੂੰ ਕਿਹਾ ਗਿਆ ਕਿ ਚੱਲ ਤੂੰ ਆਪਣੀ ਮਨਪਸੰਦ ਦੇ ਸੈਨਿਕ ਚੁਣ ਲੈ। ਉਹ ਰਾਜਪੂਤਾਨਾ ਰਾਈਫਲ ਤੇ ਰਾਜਪੂਤਾਨਾ ਰੈਜੀਮੈਂਟ ਦਾ ਸੀ, ਤੇ ਰਹਿਣ ਵਾਲਾ ਵੀ ਰਾਜਪੂਤ ਦਾ ਸੀ, ਰਾਜਸਥਾਨ ਦਾ ਸੀ। ਉਹਨੇ ਆਪਣੀ ਮਨਪਸੰਦ ਦੇ ਚੁਣੇ। ਕੋਰ ਕਮਾਂਡਰ ਨੂੰ ਹੁਕਮ ਮਿਲਿਆ श्रीनगर, ਔਰ ਉਹਨੇ ਦੁਸ਼ਮਣ ਦੇ ਪਿੱਛੇ 7 ਕਿਲੋਮੀਟਰ ਤਕਰੀਬਨ 7 ਦਿਨ ਤੱਕ ਉਹ ਕਾਰਨਾਮੇ ਕਰ ਦਿਖਾਏ ਜੋ ਕਿ ਪਲਟਨ ਦੇ ਨਾਂ ਤੇ, ਰਾਜਪੂਤ ਰੈਜੀਮੈਂਟ ਦੇ ਨਾਂ ਤੇ, ਰਾਜਪੂਤ ਬਟਾਲੀਅਨ ਦੇ ਨਾਂ ਤੇ ਜਿਹੜੇ ਉਹਨੇ ਚੁਣੇ ਗਏ, ਉਹਨਾਂ ਦਾ ਇੱਕ ਬਹੁਤ ਵੱਡਾ ਨਿਸ਼ਾਨ, ਉਹਨਾਂ ਦਾ ਬਹੁਤ ਵੱਡਾ ਨਾਮ ਬੜਾ ਵੱਡਾ ਉਜਾਗਰ ਹੋਇਆ। ਉਹ ਜ਼ਖਮੀ ਵੀ ਹੋ ਗਿਆ। ਜਨਰਲ ਬਖਸ਼ ਨੇ ਕਿਹਾ ਸੀ ਜੇ ਤੂੰ ਕਾਮਯਾਬ ਹੋਵੇਂਗਾ ਤੇ ਤੈਨੂੰ ਮੈਂ ਲੈਫਟੀਨੈਂਟ ਕਰਨਲ ਰੈਂਕ ਦੇ ਦੇਵਾਂਗਾ, ਮੇਜਰ ਸੀਗਾ। ਉਸੇ ਵੇਲੇ ਉੱਥੇ श्रीनगर ਪਹੁੰਚ ਕੇ ਜਨਰਲ ਬਖਸ਼ ਸਿੰਘ ਨੂੰ ਲੈਫਟੀਨੈਂਟ ਕਰਨਲ ਦਾ ਰੈਂਕ ਆਇਆ। ਉਸ ਤੋਂ ਬਾਅਦ ਫਿਰ ਜਦੋਂ ਵਾਪਸ ਆ ਰਹੇ ਸੀ, ਸ਼ਾਮ ਬਜੌਰੀਆਂ ਇਸ ਪਾਸਿਓਂ ਦੀ ਵਾਪਸ ਆ ਰਹੇ ਸੀ, ਤੇ ਉਹਨਾਂ ਦੇ ਫਿਰ ਹਮਲਾ ਹੋਇਆ, ਤੇ ਸ਼ਹੀਦ ਵੀ ਹੋ ਗਿਆ ਜਵਾਨ, ਇਹ ਜ਼ਖਮੀ ਵੀ ਹੋ ਗਿਆ। ਫਿਰ ਵੀ ਲੜਦਾ ਰਿਹਾ, ਵਾਪਸ ਤੇ ਆ ਗਿਆ। ਇਹਨੂੰ ਵੀਰ ਚੱਕਰ ਨਾਲ ਸਨਮਾਨਿਤ ਕੀਤਾ ਗਿਆ ਕਿ ਇਹ ਰੈਜੀਮੈਂਟੇਸ਼ਨ ਸਪਿਰਿਟ ਨੂੰ ਵੱਖ ਕਰਕੇ ਇਸ ਕਿਸਮ ਦੀ ਜੰਗ ਲੜੀ ਜਾ ਸਕਦੀ ਹੈ। ਇਹਨਾਂ ਨੂੰ ਕੀ ਪਤਾ ਕਿਸੇ ਨਾਲ ਦੁਸ਼ਮਣ ਨਾਲ ਲੜੇ ਜਾਂਦੇ ਨੇ, ਜੰਗਾਂ ਲੜੀਆਂ ਹੋਣ, ਇਹਨਾਂ ਦੇ ਚਹੇਤਿਆਂ ਨੇ, ਇਹਨਾਂ ਦੇ ਬੱਚਿਆਂ ਨੇ ਕਿਤੇ ਕੀਤਾ ਹੋਇਆ। ਸਭ ਤੁਸੀਂ ਜੰਗਾਂ ਲੜੀਆਂ ਨੇ, ਬਹੁਤ ਜੰਗਾਂ ਦੇਖੀਆਂ ਵੀ ਹੋਣਗੀਆਂ, ਪਿੰਡੇ ਤੇ ਹੰਡਾਈਆਂ ਵੀ ਹੋਣਗੀਆਂ।
ਇੱਕ ਰੈਜੀਮੈਂਟ ਦਾ, ਇੱਕ ਪਲਟਨ ਦਾ, ਜਿੱਦਾਂ ਆਪਾਂ ਕਹੀਏ ਸਿੱਖ ਰੈਜੀਮੈਂਟ ਦਾ ਜਦੋਂ ਨਿਸ਼ਾਨ ਸਾਹਿਬ ਝੂਲਦਾ ਹੁੰਦਾ ਹੈਗਾ, ਕਿਤੇ ਨਾ ਕਿਤੇ ਜਿਹੜੇ ਘਰਾਂ ਦੇ ਵਿੱਚ ਵੀ ਲੋਕ ਬੈਠੇ ਨੇ, ਉਸ ਕੌਮ ਦੇ ਨਾਲ ਜੁੜੇ ਹੋਏ ਲੋਕ ਨੇ, ਉਹਨਾਂ ਦਾ ਸੀਨਾ ਫਖਰ ਨਾਲ ਚੌੜਾ ਹੋ ਜਾਂਦਾ ਹੈਗਾ। ਤਾਂ ਜਦੋਂ ਉਹ ਪਲਟਣਾ ਹੀ ਨਹੀਂ ਰਹਿਣਗੀਆਂ ਤਾਂ ਉਹਨਾਂ ਦੇ ਵਿੱਚ ਕਿਸ ਤਰੀਕੇ ਦੀ ਆਪ ਮੁਹਾਰਤਾ ਹੋਏਗੀ, ਉਹਨਾਂ ਦਾ ਨਿਸ਼ਾਨਾ ਕੀ ਹੋਏਗਾ ਉਸ ਵੇਲੇ? ਇਹਦੀ ਮੈਂ ਐਗਜ਼ਾਮਪਲ ਦੇਣਾ ਚਾਹੁੰਦਾ ਵਰਲਡ ਵਾਰ 2 ਦੀ। ਅੰਗਰੇਜ਼ ਕਮਾਂਡਿੰਗ ਆਫੀਸਰ ਨੇ ਸਿੱਖ ਪਲਟਨ ਨੂੰ ਕਿਹਾ ਕਿ ਉਹਨਾਂ ਦੀ ਘੇਰਾਬੰਦੀ ਹੋ ਚੁੱਕੀ ਸੀ ਸਿੱਖ ਪਲਟਨ ਦੀ, ਤੇ ਉਹਨੇ ਆਪਣੇ ਸੂਬੇਦਾਰ ਮੇਜਰ ਸਾਹਿਬ ਨੂੰ ਬੁਲਾਇਆ ਕਿ ਭਾਈ ਦੱਸੋ ਹੁਣ ਕੀ ਕਰੀਏ। ਕਹਿੰਦਾ ਕੋਈ ਤੁਹਾਡੇ ਟ੍ਰੈਡੀਸ਼ਨ ਨੂੰ ਪਤਾ ਨਾ, ਉਹ ਜੁੜਦੇ ਸੀ ਨਾਲ। ਉਹ ਕਹਿੰਦਾ ਕਿ ਤੁਸੀਂ ਗੁਰੂ ਗ੍ਰੰਥ ਸਾਹਿਬ ਤੇ ਸਾਡੀ ਇਹ ਟ੍ਰੈਡੀਸ਼ਨ ਹੈਗੀ ਹੈ, ਨਾਲ ਜਾ ਕੇ ਜੰਗ ਦੇ ਮੈਦਾਨ 'ਚ ਵੀ ਜਾਂਦੇ ਪਿੱਛੇ ਵੀ ਇਸ਼ਰਾਨ ਨੂੰ ਕਹਿੰਦੇ ਉੱਥੇ ਰੱਖਿਆ ਜਾਂਦਾ, ਉੱਥੇ ਪ੍ਰਕਾਸ਼ ਕੀਤਾ ਜਾਂਦਾ। ਤੇ ਕਹਿੰਦਾ ਉੱਥੇ ਅਰਦਾਸ ਕੀਤੀ। ਉਹ ਸਿੱਖ ਜਿਹੜਾ ਕਮਾਂਡਿੰਗ, ਜਿਹੜਾ ਅੰਗਰੇਜ਼ ਕਮਾਂਡਿੰਗ ਆਫਸਰ ਸੀਗਾ, ਬਾਕੀ ਅਫਸਰ ਸੀਗੇ, ਸ਼ਾਮਲ ਹੋਏ ਪਗੜੀਆਂ ਪਹਿਨ ਕੇ। ਅਰਦਾਸ ਕੀਤੀ ਗਈ, ਗੁਰੂ ਮਹਾਰਾਜ ਦੀ ਬਖਸ਼ਿਸ਼ ਕੀਤੀ ਗਈ, ਉਹ ਪਲਟਨ ਬਚ ਗਈ, ਘੇਰਾਬੰਦੀ ਟੁੱਟ ਗਈ ਸਿਰਫ ਜੰਕਾਰਿਆਂ ਦੀ ਗੂੰਜ ਵਿੱਚ। ਉਹ ਅਰਦਾਸ ਦਾ ਇਹ ਫਲ ਮਿਲਿਆ। ਤੇ ਰੈਜੀਮੈਂਟੇਸ਼ਨ ਬਰਬਾਦ ਕਰਨਾ ਚਾਹੁੰਦੇ ਨੇ। ਇਹ ਵਰਲਡ ਵਾਰ 2 ਦੀ ਗੱਲ ਹੈ, ਇਹ ਹਕੀਕਤ ਹੈ ਜੋ ਮੈਂ ਦੱਸ ਰਿਹਾ ਤੁਹਾਨੂੰ, ਇਹ ਹਿਸਟੋਰੀਕਲ ਫੈਕਟ ਹੈ। ਤੇ ਇਹ ਗੱਲਾਂ ਕਰਦੇ ਨੇ ਹੁਣ ਮਿਕਸ ਕਰ ਦਿਓ ਕਿ ਭਾਈ ਕੋਈ ਉਹ ਜਜ਼ਬਾ ਹੀ ਨਾ ਰਹੇ। ਜਦੋਂ ਰਾਜਨਾਥ ਸਿੰਘ ਜਾਂਦੇ ਨੇ ਫੌਜ ਕੋਲੇ, ਮੋਦੀ ਸਾਹਿਬ ਜਾਂਦੇ ਨੇ, ਉਦੋਂ ਜੈਕਾਰੇ ਲਾਉਣ ਦੇ ਲਈ ਕਹਿੰਦੇ ਨੇ ਕਿ ਇੱਕ ਵਾਰ ਫਿਰ ਤੋਂ ਜੈਕਾਰਾ ਲਾਓ। ਉਹ ਕਿੱਥੇ ਗਵਾਚੇਗਾ ਫਿਰ ਚੀਜ਼? ਉਹ ਦਿਖਾਵਾ ਹੈ, ਵੋਟ ਬੈਂਕ ਦੀ ਨੀਤੀ ਹੈ, ਗੁੰਮਰਾਹ ਕਰਨ ਦੀ। ਅੱਜ ਕੱਲ੍ਹ ਸਾਰੇ ਹੀ ਜਵਾਨ ਪੜ੍ਹੇ ਲਿਖੇ ਵੀ ਹੋ ਗਏ ਨੇ, ਸਾਰਿਆਂ ਕੋਲ ਸਿਸਟਮ ਹੈਗਾ, ਤੁਹਾਡੀਆਂ ਸਾਰੀਆਂ ਆਵਾਜ਼ਾਂ ਉਹਨਾਂ ਕੋਲ ਪਹੁੰਚ ਚੁੱਕੀਆਂ ਨੇ। ਉਹ ਕਹਿੰਦੇ ਆ ਜਦੋਂ ਇੱਥੇ ਪ੍ਰਧਾਨ ਮੰਤਰੀ ਇੱਥੇ ਆਏ ਸੀਗੇ ਚੰਡੀਗੜ੍ਹ, ਤੇ ਉਹਨਾਂ ਨੇ ਕਿਹਾ ਐਡਰੈਸ ਕਰਦਿਆਂ, ਜਦੋਂ ਬਹੁਤ ਵੱਡੀ ਆਡੀਅנס, ਕਹਿੰਦਾ ਮੈਂ ਤੁਹਾਡੀ ਖਾਤਰ ਗਰੀਬਾਂ ਦਾ ਪੈਸਾ ਜਿਹੜਾ ਬਚਤ ਕਰਕੇ ਮੈਂ ਇੱਕ ਰਹਿ ਕੇ ਇੱਕ ਪੈਨਸ਼ਨ ਦਿੱਤੀ ਹੈ। ਕਿ ਇਹ ਇਸ ਕਿਸਮ ਦਾ ਬਿਆਨ, ਇੱਕ ਕਿਸਮ ਦਾ ਦੇਖੋ, ਇੱਕ ਐਡੇ ਵੱਡੀ ਇਕੱਠ ਦੇ ਵਿੱਚ ਇਹ ਕਹਿਣਾ ਕੋਈ ਫੌਜੀ ਖੈਰਾਤ ਮੰਗਦੇ ਨੇ, ਭੀਖ ਮੰਗਦੇ ਨੇ, ਮੈਂ ਇੱਕ ਰਹਿ ਕੇ ਪੈਨਸ਼ਨ ਤਾਂ ਦਿੱਤੀ ਹੈ ਤੁਹਾਡੇ ਤੇ ਜਿਹੜਾ ਪੈਸਾ ਖਰਚ ਕਰਨਾ ਸੀ ਉਹ ਬਚਾ ਕੇ। ਇਹ ਤੇ ਫਿਰ ਗੱਲ ਵੋਟ ਰਾਜਨੀਤੀ ਦੀ ਹੈ, ਇਹ ਤੇ ਗੱਲ ਫੌਜ ਦੇ ਸਿਆਸੀਕਰਨ ਕਰਨ ਵਾਲੀ ਗੱਲ ਹੈ। ਹੁਣ ਮੈਂ ਇੱਕ ਗੱਲ ਹੋਰ ਦੱਸਣਾ ਚਾਹੁੰਦਾ ਨੰਦਰੀ ਜੀ, ਕਾਰਗਿਲ ਲੜਾਈ ਸਮੇਂ ਜੋ ਕੁਝ ਜਜ਼ਬਾ ਪੈਦਾ, ਕਿੱਥੇ ਪਹਾੜੀਆਂ ਤਿੱਖੀਆਂ ਬਰਫੀਲੀਆਂ ਪਹਾੜੀਆਂ ਤੋਂ ਦੁਸ਼ਮਣ ਨੂੰ ਖਦੇੜਨਾ ਕੋਈ ਸੰਭਵ ਨਹੀਂ ਸੀਗਾ। ਹਰ ਇੱਕ ਪਲਟਨ ਨੇ, ਭਾਵੇਂ ਉਹ ਮਹਾਰ ਸੀਗੀ, ਭਾਵੇਂ ਉਹ ਡੋਗਰਾ ਸੀ, ਤੇ ਭਾਵੇਂ ਸਿੱਖ ਸੀਗੀ, ਤੇ ਉਹਨਾਂ ਨੇ ਆਪੋ ਆਪਣੇ ਨਾਰੇ ਜੈ ਦੁਰਗੇ ਮਾਤਾ ਕੇ ਨਾਮ ਪੁਕਾਰਦੇ ਹੋਏ ਉਹਨਾਂ ਨੇ ਹਮਲੇ ਕੀਤੇ, ਕਾਮਯਾਬ ਹੋਏ। ਗਲਵਾਨ ਘਾਟੀ 'ਚ ਨੰਦਪ੍ਰੀਤ ਜੀ, ਜਦੋਂ ਚੀਨੀਆਂ ਨੇ PLA ਨੇ ਘੁਸਪੈਠ ਕੀਤੀ, ਪੈਂਗਾਂਗ ਸੋ ਝੀਲ ਤੱਕ ਪਹੁੰਚ ਗਏ, ਤੁਹਾਨੂੰ ਪਤਾ ਹੀ ਹੈ। ਉਹਨਾਂ ਦੇ ਕੋਲ ਸਰੀਏ ਸਨ, ਤੇ ਜਦੋਂ ਗਲਵਾਨ 'ਚ ਉਹ ਘਾਟੀ 'ਚ ਉਹਨੇ ਆਪਰੇਸ਼ਨ ਕੀਤਾ, ਜਦੋਂ ਕਿ ਉਹਨਾਂ ਨੇ ਹਮਲਾ ਕੀਤਾ, ਤੇ ਸਾਡੇ ਜਿਹੜੇ ਪਲਟਨ ਦੇ ਉਸ ਜਜ਼ਬੇ ਵਾਲੇ ਕਰਨਲ ਆਸ਼ੂਤੋਸ਼ ਦੀ ਅਗਵਾਈ ਹੇਠ, ਤੇ ਬਾਕੀ ਉਸ 'ਚ ਤੋਪਖਾਨੇ ਵੀ ਸੀਗੇ, ਜਦੋਂ ਉਹਨਾਂ ਨੇ ਉਹਦਾ ਮੁਕਾਬਲਾ ਕੀਤਾ, ਉਹਨਾਂ ਦੇ ਸਰੀਏ ਖੋਹ ਕੇ ਉਹਨਾਂ ਨੂੰ ਮਾਰੇ। ਤੇ ਪਤਾ ਚੱਲਿਆ ਜਿਹੜੇ ਉਹਨਾਂ ਦੇ PLA ਦੇ ਉਹ ਜਵਾਨ ਸੀਗੇ, ਉਹ ਤੇ ਬੜੀ ਘੱਟ ਸਿੱਖਿਆ ਪ੍ਰਾਪਤ ਕਰਨ ਵਾਲੇ ਸੀਗੇ, ਅੱਗੇ ਜਿਹੜੇ ਲਾਏ ਸੀ, ਉਹਨਾਂ ਦਾ ਨੁਕਸਾਨ ਤੇ ਫਿਰ ਹੋਣਾ ਹੀ ਸੀ। ਸਾਡੇ ਜਵਾਨ ਜਿਨ੍ਹਾਂ ਨੇ 1.5-2 ਸਾਲ ਉਦੋਂ ਬਾਅਦ ਔਨ ਦੀ ਜੌਬ ਟ੍ਰੇਨਿੰਗ ਕੀਤੀ ਹੈ, ਉਹਨਾਂ ਨੂੰ ਭਜਾਇਆ ਚੀਨੀਆਂ ਨੂੰ, ਉਹਨਾਂ ਨੂੰ ਸਬਕ ਸਿੱਖਿਆ। 45 ਤੋਂ ਵੱਧ ਉਹਨਾਂ ਦੀਆਂ ਕੈਜੁਲਟੀ ਹੋਈਆਂ। ਕਿਉਂ? ਕਿਉਂਕਿ ਸਾਡਾ ਜਿਹੜੀ ਟ੍ਰੇਨਿੰਗ ਸਿਧਾਂਤ, ਅਸੂਲ, ਸਿਖਲਾਈ, ਉਹ ਕਿਸੇ ਨਾ ਕੋਈ ਪਾਕਿਸਤਾਨ ਕਰ ਸਕਦਾ, ਨਾ ਚੀਨ ਕਰ ਸਕਦਾ। ਇਸ ਵਾਸਤੇ ਇਹ ਇੱਕ ਬਹੁਤ ਵੱਡੀ ਐਗਜ਼ਾਮਪਲ ਹੈ। ਹੁਣ ਗੱਲ ਰਹੀ, ਬਹੁਤ ਕੁਝ ਕਿਹਾ ਜਾ ਰਿਹਾ, ਬੜੇ ਬੜੇ ਜਰਨੈਲ ਕਈ ਪੱਖ 'ਚ ਨੇ, ਬਹੁਤ ਸਾਰੇ ਜਰਨੈਲ ਪੱਖ 'ਚ ਵੀ ਨੇ, ਤੇ ਜਵਾਨ ਤੇ ਮੈਨੂੰ ਪੁੱਛਦੇ ਹੀ ਰਹਿੰਦੇ ਨੇ, ਟੈਲੀਫੋਨ ਆ ਰਹੇ ਨੇ ਮੈਨੂੰ ਤੁਹਾਡੇ ਆਉਣ ਤੋਂ ਪਹਿਲਾਂ, ਆ ਕੀ ਹੋ ਗਿਆ, ਮੁਜ਼ਾਹਰੇ ਹੋ ਰਹੇ ਨੇ ਬਾਕੀ ਕਈ ਸੂਬਿਆਂ 'ਚ। ਮੈਨੂੰ ਹੁਣੇ ਹੀ ਸਾਡੇ ਇੱਕ ਵਿਮਨ ਵਿੰਗ ਦੀ ਵਾਈਸ ਪ੍ਰੈਜ਼ੀਡੈਂਟ ਹੈ ਕਮਲ ਗਿੱਲ, ਉਹਦਾ ਮੈਨੂੰ ਟੈਲੀਫੋਨ ਆਇਆ ਸੀ ਅੰਮ੍ਰਿਤਸਰੋਂ ਕਿ ਬ੍ਰਿਗੇਡ ਸਾਹਿਬ ਕੀ ਕਰ ਰਹੇ ਹੋ, ਕਿ ਪ੍ਰੈਸ ਕਾਨਫਰੰਸ ਕਰੋ, ਦੱਸੋ ਆਹ ਤੇ ਗੱਲ ਹੋ ਰਹੀ ਹੈ, ਇਹਦੇ 'ਚ ਕਹਿੰਦੇ ਨੇ ਲੜਕੀਆਂ ਵੀ ਸ਼ਾਮਲ ਕਰਨੀਆਂ ਨੇ। ਮੈਂ ਕਿਹਾ ਹਾਂ, ਉਹ ਕਹਿੰਦੇ ਨੇ ਸ਼ਾਇਦ ਕਰਾਂਗੇ। ਮੈਂ ਇੱਥੇ ਦੱਸਣਾ ਚਾਹੁੰਦਾ ਕਿ ਰੂਸ ਤੇ ਯੂਕਰੇਨ ਦੀ ਜੰਗ ਸਮੇਂ ਜ਼ਬਰੀ ਭਰਤੀ ਕੀਤੀ ਗਈ, ਤੇ ਉੱਥੇ ਸਿਵਲੀਅਨ ਦੇ ਵਿੱਚ ਮੁੰਡਿਆਂ ਦੇ ਵਿੱਚ ਜੋ ਸੀਗਾ ਜਜ਼ਬਾ ਤਾਂ ਸੀਗਾ, ਉਹ ਉਹਨਾਂ ਨੂੰ ਹਥਿਆਰ ਫੜਾ ਕੇ ਭੇਜਤਾ। ਸਭ ਤੋਂ ਵੱਧ ਕੈਦੀ ਉਹ ਬਣੇ, ਸਭ ਤੋਂ ਵੱਧ ਨੁਕਸਾਨ ਉਹਨਾਂ ਦਾ ਹੋਇਆ। ਤੇ ਪੂਤਨ ਨੇ ਆਖਰੀ ਦੇ ਵਿੱਚ ਉਹ ਜੋ ਕੰਸਕ੍ਰਿਪਸ਼ਨ ਕਹਿੰਦੇ ਨੇ, ਜੋ ਜਬਰੀ ਭਰਤੀ, ਉਹਨੂੰ ਵਿਡਰਾ ਕਰ ਲਿਆ। ਇੱਕ ਹੋਰ ਜਰਨੈਲ, ਮੈਂ ਨਾਂ ਤੇ ਨਹੀਂ ਲੈਣਾ ਚਾਹੁੰਦਾ, ਕੋਰ ਕਮਾਂਡਰ ਰਿਹਾ, ਉਹਦਾ ਲੇਖ ਟ੍ਰਿਬਿਊਨ 'ਚ ਹੀ ਆਇਆ, ਮੈਂ ਪੜ੍ਹ ਰਿਹਾ ਸੀਗਾ।
ਉਹ ਕਹਿੰਦਾ ਇਜ਼ਰਾਈਲ ਵਿੱਚ 2 ਸਾਲਾਂ ਵਾਸਤੇ ਜ਼ਬਰੀ ਭਰਤੀ ਕੀਤੀ ਜਾਂਦੀ ਹੈ ਤੇ ਉਹਨਾਂ ਦਾ ਇੰਨਾ ਵੱਡਾ ਯੋਗਦਾਨ ਹੈ। ਮੈਂ ਦੱਸਣਾ ਚਾਹੁੰਦਾ ਕਿ 2 ਸਾਲਾਂ ਦੀ ਟ੍ਰੇਨਿੰਗ ਇਸ ਕਰਕੇ ਉਹਨਾਂ 2 ਸਾਲਾਂ ਲਈ ਜ਼ਬਰੀ ਭਰਤੀ ਕੀਤੀ ਜਾਂਦੀ ਹੈ ਤਾਂ ਕਿ ਜਦੋਂ ਬਾਹਰ ਜਾ ਕੇ ਕੋਈ IAS ਕੋਈ ਦੂਜੇ ਪਾਸੇ ਚੱਲਦੇ ਉਹਨੂੰ ਪਤਾ ਚੱਲ ਸਕੇ ਕਿ ਕਈ ਕਠਿਨਾਈਆਂ ਨੇ ਫੌਜ ਦੀਆਂ। ਪਰ ਇੱਥੇ ਇਹ ਦੱਸਣਾ ਚਾਹੁੰਦਾ ਇਜ਼ਰਾਈਲ ਦੇ ਕਮਾਂਡੋ ਫੋਰਸ 1976 ਦੀ ਗੱਲ ਹੈ, ਐਂਟੀਬੀ ਰੇਜ਼ ਇਤਿਹਾਸ 'ਚ ਬਹੁਤ ਵੱਡੀ ਰੇਡ ਬਣੀ ਜਾਂਦੀ ਹੈ ਜਦੋਂ ਕਿ ਇਜ਼ਰਾਈਲੀਆਂ ਨੂੰ ਫੜ ਕੇ ਉੱਥੇ ਅੱਤਵਾਦੀਆਂ ਨੇ ਜੰਗੀ ਉੱਥੇ ਫੜ ਕੇ ਹਵਾਈ ਜਹਾਜ਼ ਉਤਾਰ ਲਿਆ ਸੀ। 4000 ਕਿਲੋਮੀਟਰ ਦਾ ਸਫ਼ਰ ਤੈਅ ਕਰਕੇ ਹਵਾਈ ਜਹਾਜ਼ ਦੇ ਰਸਤੇ ਮੇਰਾ ਖਿਆਲ ਹੈ ਕਿ 3-4 ਜੁਲਾਈ 1976 ਨੂੰ ਉਹਨਾਂ ਕਮਾਂਡੋ ਫੋਰਸ ਇਜ਼ਰਾਈਲ ਦੀ ਨੇ ਉਹਨਾਂ ਨੂੰ 286 ਕੋਈ ਸੀਗੇ ਜੇ ਮੇਰੀ ਫਿਗਰ ਠੀਕ ਹੋਈ, ਉਹਨਾਂ ਨੂੰ ਛੁਡਾ ਲਿਆ। ਇੱਥੇ ਤੇ ਸਾਡੇ ਵੈਲ ਟ੍ਰੇਨਡ ਕੰਧਾਰ ਜੋ ਕਿ ਇੱਕ ਐਪੀਸੋਡ ਹੋਇਆ ਕੰਧਾਰ 'ਚ, ਉੱਥੇ ਆਪਣੇ ਇੱਕ ਸਿਆਸਤਦਾਨਾਂ ਦੀ ਧੀ ਭੈਣ ਨੂੰ ਬਚਾਉਣ ਵਾਸਤੇ ਸਿਆਸਤ ਦਾ ਇੰਨਾ ਕੋਈ ਕੀਤਾ ਤੇ ਉਹ ਜਿਹੜੇ ਅੱਤਵਾਦੀ ਸੀ ਉਹਨਾਂ ਨੂੰ ਛੁਡਾ ਲਿਆ ਗਿਆ ਕਿਉਂਕਿ ਸਿਆਸਤ ਪ੍ਰਭਾਵਿਤ ਕਰਦੀ ਹੈ। ਇੱਥੇ ਪ੍ਰੋਫੈਸ਼ਨਲਿਜ਼ਮ ਹੈ ਇਜ਼ਰਾਈਲ 'ਚ ਜਿਹਦੀ ਗੱਲ ਕਰਦੇ ਨੇ 2 ਸਾਲ ਹਾਂ ਤੁਸੀਂ ਕਰਨਾ ਰੁਜ਼ਗਾਰ ਦੇ ਬੜੀ ਚੰਗੀ ਗੱਲ ਹੈ। ਉਹਨਾਂ ਨੂੰ 10 ਸਾਲ ਤੇ ਘੱਟ ਦੇ ਦਿਓ, 4 ਸਾਲ ਕਰਕੇ। ਜਿਹੜੇ ਸਭ ਪੰਜਾਬ ਦਾ ਮੈਂ ਕਹਿੰਦਾ ਕੋਈ ਇਹੋ ਜਿਹਾ ਪਿੰਡ ਨਹੀਂ ਹੋਏਗਾ, ਕੋਈ ਇਹੋ ਜਿਹਾ ਪਰਿਵਾਰ ਨਹੀਂ ਹੋਏਗਾ ਜਾਂ ਦੋਸਤ ਮਿੱਤਰ ਰਿਸ਼ਤੇਦਾਰੀ 'ਚੋਂ ਕਿ ਕਿਸ 'ਚ ਕੋਈ ਸਕਾ ਸੰਬੰਧੀ ਕੋਈ ਫੌਜ ਦੇ ਵਿੱਚ ਨਾ ਹੋਵੇ ਜਿਹਨੇ ਫੌਜ ਦੇ ਵਿੱਚ ਕੋਈ ਸੇਵਾ ਨਾ ਨਿਭਾਈ ਹੋਵੇ। ਪੰਜਾਬ ਦੇ ਵਿੱਚ ਖਾਸ ਕਰਕੇ ਹਰਿਆਣੇ ਦੇ ਵਿੱਚ ਵੀ ਇਸੇ ਤਰ੍ਹਾਂ, ਤਾਂ ਉਹਨਾਂ ਦਾ ਮਨੋਬਲ ਕਿਸ ਤਰ੍ਹਾਂ ਟੁੱਟੇਗਾ? ਕਿਉਂਕਿ ਜੇ 4 ਸਾਲ ਦੀ ਪ੍ਰਕਿਰਿਆ ਹੁੰਦੀ ਹੈ ਠੇਕਾ, ਪਹਿਲਾਂ ਆਪਾਂ ਟਰਾਂਸਪੋਰਟ ਠੇਕੇ ਤੇ ਦਿੱਤੀ, ਬਿਜਲੀ ਠੇਕੇ ਤੇ ਦਿੱਤੀ, ਹੁਣ ਕੋਈ ਵਿਭਾਗ ਨਹੀਂ ਰਿਹਾ, ਹਰ ਚੀਜ਼ ਆਪਾਂ ਠੇਕੇ ਤੇ ਕਰਤੀ ਹੈ। ਕੀ ਫੌਜ ਦਾ ਠੇਕਾਕਰਨ ਹੋ ਸਕਦਾ? ਕਿ ਇਹ ਕਿੰਨਾ ਕੁ ਜੇ ਆਪਾਂ ਇਹਦਾ ਹਾਂ ਪੱਖੀ ਦੇਖੀਏ ਤਾਂ ਇਹਨਾਂ ਦੇ ਕਿੰਨੇ ਕੁ ਸਾਰਥਕ ਨਤੀਜੇ ਨਿਕਲ ਸਕਦੇ ਨੇ ਤੁਹਾਡੇ ਮੁਤਾਬਕ? ਬਿਲਕੁਲ ਇਹਦੇ ਕੋਈ ਸਾਰਥਕ ਨਤੀਜੇ ਨਹੀਂ ਨਿਕਲ ਸਕਦੇ। ਜਿਹੜੇ ਸਾਡੇ ਸਾਬਕਾ ਫੌਜੀ ਇਸ ਵੇਲੇ ਆਪਣੇ ਬੱਚਿਆਂ ਨੂੰ ਤਿਆਰ ਕਰ ਜਾਂ ਦੂਜੇ ਵੀ ਜਿਹੜੇ ਉੱਥੇ ਤਿਆਰ ਕਰ ਰਹੇ, ਮੈਂ ਤਾਂ ਮਿਲਿਆ ਪਿਛਲੇ ਦਸੰਬਰ ਤੋਂ ਲੈ ਕੇ ਮਾਰਚ ਅਪ੍ਰੈਲ ਤੱਕ। ਨਵੇਂ ਭਰਤੀ ਹੋਣਗੇ ਇਹਨਾਂ ਲਈ ਮੈਡੀਕਲ ਕੈਂਟੀਨ ਜਾਂ ਫਿਰ ਹੋਰ ਸੇਵਾਵਾਂ ਹੋਣਗੀਆਂ? ਨੂੰ ਕੁਝ ਨਹੀਂ ਮਿਲਣਾ ਇੱਥੇ ਤੇ ਜਿਹੜੇ ਹੁਣ ਮੌਜੂਦਾ ਨੇ ਤੇ ਜਿਹੜੇ ਸਾਡੇ ਵਰਗੇ ਰਿਟਾਇਰ ਪੈਨਸ਼ਨ ਪ੍ਰਾਪਤ ਨੇ ਜਵਾਨ, ਉਹਨਾਂ ਵਾਸਤੇ ਦਵਾਈਆਂ ਤੇ ਇਹਨਾਂ ਕੋਲ ਮੁਹੱਈਆ ਨਹੀਂ ਕਰਵਾਈ ਜਾ ਰਹੀਆਂ। ਉਹਨਾਂ ਨੂੰ ਤਾਂ ਦਰ ਦੇ ਧੱਕੇ ਨਸੀਬ ਹੋ ਰਹੇ ਨੇ। ਕੰਟੀਨਾਂ 'ਚ ਸਮਾਨ ਨਹੀਂ ਹੈਗਾ ਤੇ ਉੱਥੇ ਇਹਨਾਂ ਦਾ ਕੀ ਬਣੇਗਾ? ਜਿਹੜੇ SSRC ਅਫਸਰ ਆ ਗਏ ਸੀ ਉਹਨਾਂ ਦੀਆਂ ਵੀ ਕਈ ਸਹੂਲਤਾਂ ਮੈਡੀਕਲ ਉਹ ਵਾਸਤੇ ਬੜਾ ਸੰਘਰਸ਼ ਕਰਨਾ ਪਿਆ, ਕੋਈ ਮਿਲੀਆਂ ਨਹੀਂ ਮਿਲੀਆਂ ਕੰਟੀਨ। ਤੇ ਇਸ ਵਾਸਤੇ ਇਹਨਾਂ ਨੂੰ ਵਾਂਝਿਆ ਰੱਖਿਆ ਜਾਏਗਾ। ਇਹ ਤੇ ਸਿਰਫ ਲੋਭ ਲਾਲਚ ਦੇ ਕੇ ਤੁਰਿਆ ਜਾ ਰਿਹਾ ਕਿ ਠੀਕ ਹੈ ਇੱਕ ਰੁਜ਼ਗਾਰ ਟੈਂਪਰੇਰੀ ਹੈਗਾ। ਦੇਖੋ ਕੋਈ ਵੀ ਮੈਂ ਜੋ ਸ਼ੁਰੂ ਤੋਂ ਗੱਲ ਕੀਤੀ ਹੈ ਉਹਦੀ ਮੁਖਾਲਫਤ ਹੀ ਹੁੰਦੀ ਹੈ। ਇੱਥੇ ਤੇ 95% ਮੁਖਾਲਫ ਪੰਜਾਬ ਦੇ ਵਿੱਚ ਹਰ ਘਰ ਦਾ ਦੂਜਾ ਉਹ ਇਹੋ ਗੱਲ ਕਹਿ ਰਿਹਾ ਕਿ ਕੀ ਹੋ ਰਿਹਾ, ਇਹ ਕੋਈ ਤਮਾਸ਼ਾ ਹੋ ਰਿਹਾ, ਇਹ ਫੌਜ ਹੈ, ਕੀ ਬਣੇਗਾ ਇੱਥੇ? ਕੀ 30-40 ਹਜ਼ਾਰ 50,000 ਪਿੱਛੇ ਕੋਈ ਜਵਾਨ ਜਾ ਕੇ ਸਰਹੱਦ ਤੇ ਜਿਹਨੂੰ ਲੱਗਦਾ ਹੈ ਕਿ ਉਸ ਤੋਂ ਬਾਅਦ ਮੇਰੀ ਫੈਮਿਲੀ ਨੂੰ ਵੀ ਸਾਂਭਣ ਵਾਲਾ ਕੋਈ ਨਹੀਂ, ਕਿ ਉਸ ਤਰੀਕੇ ਨਾਲ ਕੋਈ ਨਾ ਸੇਵਾਵਾਂ ਉਸ ਤਰੀਕੇ ਨਾਲ ਮਿਲਣਗੀਆਂ, ਠੇਕਾ ਆਧਾਰ ਤੇ ਇਹ ਪ੍ਰਣਾਲੀ ਆ, ਉਹ ਜਾ ਕੇ ਜੰਗ ਦੇ ਵਿੱਚ ਉਸ ਤਰੀਕੇ ਦੇ ਨਾਲ ਪਰਫਾਰਮ ਕਰ ਪਾਏਗਾ? ਦੇਖੋ ਉਹ ਤੇ ਖੈਰ ਸਰਕਾਰ ਨੇ ਕਿਹਾ ਕਿ ਉਹਨਾਂ ਨੂੰ ਸਹੂਲਤਾਂ ਦਿੱਤੀਆਂ ਜਾਣਗੀਆਂ। ਕੋਈ ਸ਼ਹੀਦ ਹੋ ਜਾਂਦਾ ਤਾਂ ਉਹਨੂੰ 1 ਕਰੋੜ ਦੀ ਰਾਸ਼ੀ ਦਿੱਤੀ ਜਾਏਗੀ। ਉਹ ਪੈਸੇ ਨਾਲ ਗੱਲਬਾਤ ਨਹੀਂ ਬਣਦੀ ਹੁੰਦੀ। ਇਹ ਤੇ ਪੈਕੇਜ ਅਸੀਂ ਕਾਰਗਿਲ 'ਚ, ਮੈਂ ਡਾਇਰੈਕਟਰ ਸੈਨਿਕ ਭਲਾਈ ਪੰਜਾਬ ਸੀਗਾ, ਇਹ ਪੈਕੇਜ ਉਦੋਂ ਲਿਖਿਆ ਸੀ ਜਿਹੜਾ ਅੱਜ ਵੀ ਲਾਗੂ ਹੈ ਕਿ ਜਿਹੜਾ ਕਾਰਗਿਲ ਦੇ ਟਾਈਮ ਤੇ ਉਦੋਂ ਇੱਕ ਪਾਲਿਸੀ ਨੀਤੀਆਂ ਦੇ ਆਧਾਰ ਤੇ ਸਰਕਾਰਾਂ ਚੱਲਦੀਆਂ ਨੇ ਚਲਾਉਂਦੀਆਂ ਨੇ ਤੇ ਉਸ ਵੇਲੇ ਕਿ ਜਿਹੜਾ ਪੈਕੇਜ ਕੀ ਹੋਏਗਾ, ਅਸ਼ੋਰਡ ਜੌਬ ਦਿੱਤੀ ਜਾਏਗੀ ਉਹਨਾਂ ਦੇ ਅੰਦਰ, ਫਿਰ ਮਨ ਜਜ਼ਬਾ ਤਾਂ ਭਰਿਆ ਹੀ ਜਾਏਗਾ। ਇੱਕ ਤੇ ਪੈਨਸ਼ਨੇਬਲ ਜੌਬ ਵਾਸਤੇ ਸਾਰੇ ਭਜਦੇ ਨੇ ਪੰਜਾਬ 'ਚ ਵੀ ਇਸ ਵੇਲੇ ਕਿਤੇ ਪੈਨਸ਼ਨ ਮਿਲੇ। ਹੁਣ ਠੇਕੇ ਤੇ ਤੁਸੀਂ ਜੇ ਫੌਜ ਵੀ ਠੇਕੇ ਤੇ ਦੇ ਦੇਣੀ ਹੈ ਤੇ ਫਿਰ ਕਰੇ ਕਿਤੇ 15,200 ਕਿਲੋਮੀਟਰ ਦਾ ਸਾਡਾ ਬਾਰਡਰ, ਲੈਂਡ ਬਾਰਡਰ 7 ਮੁਲਕਾਂ ਨਾਲ ਲੱਗਦਾ ਹੈ। 7,500 ਦੇ ਕਰੀਬ ਤੱਟਵਰਤੀ ਸੀਮਾ ਹੈਗੀ ਹੈ। ਇੱਥੇ ਹਰ ਰੋਜ਼ ਚੀਨੀ ਤੇ ਘੁਸਪੈਠ ਕਰਕੇ ਕਦੀ ਇੱਧਰ ਠੂਠਾ ਕਦੀ ਇੱਧਰ, ਕਿਤੇ ਉੱਥੇ ਪਿੰਡ ਵਸਾ ਰਹੇ ਨੇ, ਕਿਤੇ ਨੇਪਾਲ। ਇਹ ਘੇਰਾਬੰਦੀ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ। ਪਾਕਿਸਤਾਨ ਦੀ ਗੱਲ ਹੋਏਗੀ ਬਜਟ ਦੀ, ਬਜਟ ਤਕਰੀਬਨ 5.25 ਲੱਖ ਕਰੋੜ ਫੌਜ ਦਾ ਬਜਟ ਸੀ, ਜਿਹਦੇ ਵਿੱਚ 14,000 ਸਾਰੇ ਪਾ ਕੇ ਉਹ 'ਚ ਵੀ ਘਾਟ ਹੈ ਬੜੀ ਸਾਰੀ। ਪਰ 6 ਲੱਖ ਦੇ ਕਰੀਬ ਤੇ ਉਹ ਜਿਹੜੇ ਕਿ ਹਥਿਆਰਬੰਦ ਜਿਹੜੇ ਕਿ ਫੌਜ ਦੇ ਸਿਵਲੀਅਨ ਹੈਗੇ ਨੇ, ਫੌਜ 'ਚ ਸਿਵਲੀਅਨ ਕੰਮ ਕਰਨੇ, ਉਹਨਾਂ ਦੀ ਗਿਣਤੀ ਹੈ। ਉਹਨਾਂ ਨੇ 60 ਸਾਲ ਤੱਕ ਨੌਕਰੀ ਕਰਨੀ ਹੈ, ਉਹਨਾਂ ਦੀ ਤਨਖਾਹ ਹੀ ਵੱਧ, ਪੈਨਸ਼ਨ ਵੀ ਵੱਧ। ਇਹੋ ਤਰੀਕਾ ਇਹੋ ਗੱਲ ਸੀ ਉਹਨਾਂ ਨਾਲੇ
NFU ਮਿਲਦੀ ਹੈ, ਨਾਨ ਫੰਕਸ਼ਨਲ ਅਪਗ੍ਰੇਡੇਸ਼ਨ, ਉਹਨਾਂ ਦੀ ਅਪਗ੍ਰੇਡੇਸ਼ਨ ਹੋਈ ਜਾਣੀ ਹੈ ਜਿੱਦਾਂ ਬਿਊਰੋਕਰੇਸੀ ਹੁੰਦੀ ਹੈ। ਅਤੇ ਇਸ ਵਾਸਤੇ ਉਹਨਾਂ ਨੂੰ ਤੇ ਠੀਕ ਹੈ, ਉਹਨਾਂ ਵਾਸਤੇ ਉਹਨਾਂ ਦਾ ਖਰਚਾ ਤੇ ਸਾਡੇ ਫੌਜ ਦੇ ਅੱਧੇ ਨਾਲੋਂ ਖਰਚੇ ਨਾਲ ਦੇ ਬਰਾਬਰ ਹੈ ਤਕਰੀਬਨ ਉਹਨਾਂ ਦਾ, ਭਾਵੇਂ 6 ਲੱਖ ਫੌਜ ਹੈ। ਤੇ ਇਸ ਵਾਸਤੇ ਇਹਦਾ ਪ੍ਰਭਾਵ ਤੇ ਆਉਣ ਵਾਲੇ ਸਮੇਂ 'ਚ ਦਿਖਾਈ ਦੇਵੇਗਾ। ਜੇ ਅਸੀਂ ਲੁਕਵੀਂ ਜੰਗ ਲੜ ਰਹੇ ਹਾਂ ਤੇ ਇਹ ਕੋਈ ਜੰਗ ਹੁਣ ਇਕੱਲੀ ਇੱਕ ਮੁਲਕ ਨਾਲ, ਪਾਕਿਸਤਾਨ ਨਾਲ ਜਾਂ ਚੀਨ ਨਾਲ, ਇਹ ਤੇ ਬਹੁਪੱਖੀ ਜੰਗ ਹੋਏਗੀ ਔਰ ਆਕਾਸ਼ 'ਚ ਲੜੀ ਜਾਏਗੀ। ਹੁਣ ਤੇ ਸਾਈਬਰ ਵਾਰਫੇਅਰ ਹੋਏਗਾ, ਟੈਕਨੀਕਲ। ਇਹ ਕਿੱਥੋਂ ਸਿੱਖ ਲੈਣਗੇ 4 ਸਾਲਾਂ 'ਚ? ਇਹਨਾਂ ਨੂੰ ਸਿੱਖਣ ਵਾਸਤੇ, ਸਿਖਾਉਣ ਵਾਸਤੇ 4-5 ਸਾਲ ਚਾਹੀਦੇ ਨੇ, ਸਿਖਾਉਣ ਵਾਸਤੇ ਦੂਜੇ 5 ਸਾਲ ਚਾਹੀਦੇ ਨੇ। ਸਾਹਿਬ, ਸਰਕਾਰ ਵੱਲੋਂ ਇਹ ਫੈਸਲਾ ਹੋ ਗਿਆ, ਕੇਂਦਰ ਸਰਕਾਰ ਨੇ ਕਿਹਾ ਕਿ ਅਸੀਂ ਇਸ ਤਰੀਕੇ ਨਾਲ ਹੁਣ ਕਰਨਾ ਹੈ, ਉਹਨਾਂ ਨੇ ਤਾਂ ਸੋਚ ਲਿਆ ਹੈਗਾ। ਇਸ ਫੈਸਲੇ ਨੂੰ ਜੇ ਤੁਹਾਨੂੰ ਲੱਗਦਾ ਹੈ ਕਿ 95% ਲੋਕ ਮੁਖਾਲਫਤ ਕਰ ਰਹੇ ਨੇ, ਇਸ ਨੂੰ ਕਿਸ ਤਰੀਕੇ ਨਾਲ ਰੋਕਿਆ ਜਾ ਸਕਦਾ ਹੈ? ਸਿਆਸੀ ਪਾਰਟੀਆਂ ਇਕੱਠੀਆਂ ਹੋ ਕੇ ਰੋਕ ਸਕਦੀਆਂ ਨੇ, ਜਾਂ ਜਿਸ ਤਰੀਕੇ ਨਾਲ ਖੇਤੀ ਕਾਨੂੰਨਾਂ ਦਾ ਅੰਦੋਲਨ ਹੋਇਆ ਸੀ ਉਸ ਤਰੀਕੇ ਨਾਲ ਇੱਕ ਲੋਕ ਜਾਗਰਤ ਹੋਣ, ਉਸ ਤਰੀਕੇ ਨਾਲ ਕੋਈ ਅੰਦੋਲਨ ਹੋ ਸਕਦਾ, ਉਸ ਤਰੀਕੇ ਨਾਲ ਠੱਲਿਆ ਜਾ ਸਕਦਾ ਇਸ ਫੈਸਲੇ ਨੂੰ? ਦੇਖੋ, ਇੱਕ ਗੱਲ ਤਾਂ ਇਹ ਵੇ ਕਿ ਮੁਖਾਲਫਤ ਤੇ ਹੋ ਰਹੀ ਹੈ, ਹੋਏਗੀ, ਮਗਰ ਉਹ ਹਰ ਸਿਸਟਮ 'ਚ ਹੁੰਦੀ ਹੈ। ਮਗਰ ਮੌਕਾ ਤਾਂ ਸਰਕਾਰ ਨੂੰ ਮਿਲਣਾ ਚਾਹੀਦਾ, ਪਰ ਮੌਕਾ ਤਾਂ ਇੱਕ ਪਾਇਲਟ ਪ੍ਰੋਜੈਕਟ ਤੇ ਥੋੜ੍ਹੇ ਤੌਰ 'ਤੇ ਇਹਨੂੰ ਕਰਨਾ ਚਾਹੀਦਾ ਸੀਗਾ। ਹੁਣ ਇੱਕੋ ਇੱਕ ਬਚਾਓ ਦਾ ਤਰੀਕਾ ਹੈ ਕਿ ਇਹਨਾਂ ਦੀ ਸੇਵਾ ਘੱਟੋ ਘੱਟ ਉਹਨਾਂ ਨੌਜਵਾਨਾਂ ਨੇ ਰੁਜ਼ਗਾਰ ਵਾਸਤੇ 10 ਸਾਲ ਕਰ ਦਿੱਤੀ ਜਾਵੇ। 10 ਸਾਲ ਤੇ ਕਰੂ, ਕੋਈ ਸਿੱਖਣਗੇ, ਸਿਖਾਉਣਗੇ, ਕੋਈ ਜੰਗੀ ਚਾਲਾਂ ਕੋਈ ਇੱਦਾਂ ਨਹੀਂ ਆਉਂਦੀਆਂ। ਦੁਸ਼ਮਣ ਪਿੱਛੇ ਮੈਂ ਤੁਹਾਨੂੰ ਐਗਜ਼ਾਮਪਲ ਦਿੱਤੀ ਹੈ ਮੇਜਰ ਮੇਘ ਸਿੰਘ ਦੀ। ਤੋ ਇਹ ਇੱਕ ਕਿਸਮ ਦਾ ਜਜ਼ਬਾ, ਫਿਰ ਰਾਜਮੰਡਲ ਨੂੰ ਤੋੜਿਆ ਨਾ ਜਾਏ। ਅੰਗਰੇਜ਼ ਪਿਛਲੇ ਕੁਝ ਸਮੇਂ ਤੱਕ ਜਿਹੜੇ ਕਿ ਉੱਥੋਂ ਆਪਣੇ ਗੜਵਾਲ, ਹਿਮਾਲਿਆ, ਗੋਰਖਾ 'ਚ ਉੱਥੇ ਨੇਪਾਲ ਪਿੱਛੇ ਜਾ ਕੇ ਜਾਂਦੇ, ਉਹਨਾਂ ਸੈਨਿਕਾਂ ਨੂੰ ਮਿਲਦੇ ਜਿਨ੍ਹਾਂ ਨੇ ਉਹਨਾਂ ਦੇ ਨਾਲ ਨੌਕਰੀਆਂ ਕੀਤੀਆਂ। ਠੀਕ ਹੈ, ਉਸ ਸਮੇਂ ਜ਼ੁਲਮ ਵੀ ਬਹੁਤ ਆਏਗੇ, ਉਹ ਤਾਂ ਦੂਸਰੀ ਗੱਲ ਹੈ ਸਰਕਾਰ ਦੀ ਤਰਫੋਂ, ਮਗਰ ਉਹਨਾਂ ਦਾ ਜਜ਼ਬਾ ਉਸ ਪਲਟਨ ਨਾਲ ਜੁੜਿਆ ਹੋਇਆ ਹੈ। ਹੁਣ 10 ਸਾਲ ਘੱਟੋ ਘੱਟ ਕੀਤੀ ਜਾਏ। ਟੀਏ ਬਟਾਲੀਅਨ ਵਰਗੇ ਹੈਗੇ ਨੇ ਜਿੱਥੇ ਕਿ ਉੱਥੇ ਭੇਜਤਾ ਜਾਏ। ਠੀਕ ਹੈ, ਇੱਥੇ ਹੁਣ ਫਿਲਹਾਲ ਕਿਉਂਕਿ ਸਕੀਮ ਲਾਂਚ ਹੋ ਚੁੱਕੀ ਹੈ, ਇਹਨਾਂ ਨੇ ਪ੍ਰੋਪੋਗੰਡਾ ਕਰਨਾ ਹੀ ਕਰਨਾ ਹੈ। ਭਰਤੀ ਕਰਨਗੇ ਪਤਾ ਚੱਲ ਜਾਏਗਾ, ਮਗਰ ਉਦੋਂ ਬਾਅਦ ਜੇ 6 ਹਫ਼ਤਿਆਂ ਦੀ ਟ੍ਰੇਨਿੰਗ ਚਲੇਗੀ ਤਾਂ ਵੀ ਪਤਾ ਚੱਲੇਗਾ ਜੋ ਕਿੰਨੇ ਭਗੌੜੇ ਹੁੰਦੇ ਨੇ ਜਿਹੜੇ 65 ਦੀ ਜੰਗ 'ਚ ਜਾਂ 71 ਦੀ ਜੰਗ 'ਚ ਜਿਹੜੀਆਂ ਪਲਟਣਾ ਛੱਡ ਕੇ ਆਏ। ਉਹ ਘੱਟ ਉਮਰ ਵਾਲੇ, ਘੱਟ ਸਿਖਲਾਈ ਤੋਂ ਨਹੀਂ ਸੀ ਬਰਾਬਰ, ਸਾਲ ਹੋਏ ਜਾਂ 1.5 ਸਾਲ ਹੋਏ, ਮਗਰ ਉਹ ਇੱਕ ਸਿਸਟਮ ਹੁੰਦਾ ਹੈ ਫੌਜ ਦੇ ਵਿੱਚ, ਉਹਨੂੰ ਬੈਟਲ ਇਨਕੂਲੇਸ਼ਨ ਕਹਿੰਦੇ ਨੇ, ਕਿ ਜਦੋਂ ਟ੍ਰੇਨਿੰਗ ਦੇ ਦੌਰਾਨ ਜਦ ਪਲਟਨ 'ਚ ਵੀ ਆਉਣ ਤੇ ਬੈਟਲ ਇਨਕੂਲੇਸ਼ਨ ਹੁੰਦਾ, ਮਤਲਬ ਉੱਤੇ ਫਾਇਰ ਚੱਲਦਾ ਰਹਿੰਦਾ, ਤੁਸੀਂ ਉੱਥੋਂ ਨਿਕਲਣਾ। ਉਹ ਡਰਦੇ ਮਾਰੇ ਉੱਥੋਂ ਹੀ ਕਈ ਭੱਜਣ ਲੱਗ ਪੈਂਦੇ ਨੇ ਕਿ ਪਤਾ ਨਹੀਂ ਸਾਡੇ ਤੇ ਗੋਲੇ ਨਾ ਡਿੱਗ ਪੈਣ। ਬਿਲਕੁਲ ਉਹਦੇ ਥੱਲੇ ਨਿਕਲ ਪੈਂਦੇ, ਉਹ ਬੈਟਲ ਇਨਕੂਲੇਸ਼ਨ ਕਰਦੇ ਨੇ। ਤੋਪਖਾਨੇ 'ਚ ਵੀ ਹੈ, ਫੌਜ 'ਚ ਵੀ ਹੈ, ਇਨਫੈਂਟਰੀ 'ਚ ਵੀ ਹੈ। ਅਸੀਂ ਸਾਰੀਆਂ ਚੀਜ਼ਾਂ ਇਹਨਾਂ 'ਚੋਂ ਗੁਜ਼ਰੇ ਹੋਏ ਹਾਂ। ਇਸ ਵਾਸਤੇ ਉਹ ਡਰ ਜਿਹੜਾ ਦਾ ਖੌਫ ਪੈਦਾ ਹੁੰਦਾ, ਉਹਨੂੰ ਦੂਰ ਕਰਨ ਵਾਸਤੇ ਹੁੰਦਾ। ਇਸ ਵਾਸਤੇ ਘੱਟੋ ਘੱਟ 10 ਸਾਲ ਵਾਸਤੇ ਤੇ ਕਰ ਦੇਣ, ਨੌਜਵਾਨਾਂ ਨੂੰ ਰੁਜ਼ਗਾਰ ਵੀ ਮਿਲੇ, ਉਹ ਨਸ਼ਿਆਂ ਵੱਲ ਵੀ ਨਾ ਪ੍ਰੇਰਿਤ ਹੋਣ, ਉਹਨਾਂ ਦਾ ਪੈਕੇਜ ਵੀ ਚੰਗਾ ਹੋਵੇ, ਉਹਨਾਂ ਦੇ ਘਰ ਵਾਲੇ, ਉਹਨਾਂ ਦੇ ਸਾਕ ਸੰਬੰਧੀ ਵੀ ਖੁਸ਼ ਹੋਣ, ਉਹਨਾਂ ਦੇ ਵਿਆਹ ਸ਼ਾਦੀਆਂ ਹੋਣ, ਅਤੇ ਉਹਨਾਂ ਨੂੰ ਜਿਹੜੀਆਂ ਭੈਣਾਂ ਰੱਖਣੀਆਂ ਬੰਦੀਆਂ ਵੀ ਪ੍ਰਸੰਨ ਹੋਣ। ਇਸੇ ਵਿੱਚ ਦੇਸ਼ ਦੀ ਭਲਾ ਹੋਏਗਾ, ਦੇਸ਼ ਦੀ ਭਲਾਈ ਹੋਏਗੀ, ਦੇਸ਼ ਦੀ ਸੁਰੱਖਿਆ, ਜੋ ਕਿ ਇੱਕ ਬਹੁਤ ਵੱਡਾ ਚੈਲੰਜ ਹੋਣ ਵਾਲਾ। ਮੈਂ 10-15 ਸਾਲ ਦੀ ਗੱਲ ਕਰ ਰਿਹਾ, ਉਹ ਤੁਸੀਂ ਦੇਖੋਗੇ, ਅਸੀਂ ਪਤਾ ਨਹੀਂ ਦੇਖਣਾ ਕਿ ਨਹੀਂ ਦੇਖਾਂ। ਜੇ ਇਸ ਤਰੀਕੇ ਨਾਲ ਜੰਗ ਹੋਈ, ਸਾਨੂੰ ਕਿਤੇ ਉਹ ਹਾਲ ਨਾ ਸਾਡਾ ਹੋ ਜਾਏ। ਬਜਟ ਦੀ ਮੈਂ ਜਿਹੜੀ ਗੱਲ ਕੀਤੀ ਹੈ, ਸਾਡਾ ਤੇ 9.5% ਦੀ ਬਜਟ ਵਧਿਆ। ਪਾਕਿਸਤਾਨ ਹੁਣੇ 17.5 ਭੁੱਖਮਰੀ ਵਾਲੇ ਦੇਸ਼, ਬੇਰੁਜ਼ਗਾਰੀ, ਅੱਤ ਦੀ ਗਰੀਬੀ, ਉਹਨਾਂ ਨੇ 17.5% ਦੇ ਕਰੀਬ ਆਪਣਾ ਡਿਫੈਂਸ ਬਜਟ ਵਧਾ ਦਿੱਤਾ। ਇੱਥੇ ਕਹਿੰਦੇ ਨੇ ਕਰਾਂਗੇ ਇੱਕ ਪੈਸ਼ਨ ਭਾਜੋ, ਅਸੀਂ ਦੇਣੀ ਜੋ ਦੇਣਾ ਅਸੀਂ ਦੇ ਦਿੱਤਾ। ਮੈਂ ਤੁਹਾਨੂੰ ਗੱਲ ਦੱਸ ਚੁੱਕੀ ਆ ਪ੍ਰਧਾਨ ਮੰਤਰੀ। ਉੱਥੇ ਜਾ ਕੇ ਤੇ ਸਰਹੱਦਾਂ 'ਤੇ ਨਾਅਰੇ ਵੀ ਲਾਉਂਦੇ ਨੇ, ਜੰਕਾਰੇ ਵੀ ਛੱਡਦੇ ਨੇ, ਸਭ ਕੁਝ ਕਰਦੇ ਨੇ, ਅਰਦਾਸ ਸ਼ਾਮਲ ਹੁੰਦੇ ਨੇ। ਉਦੋਂ ਬਾਅਦ ਜਾ ਕੇ ਅਸੀਂ ਜੀ ਦੇ ਦਿੱਤਾ ਪੈਨਸ਼ਨ ਦੇ ਦਿੱਤੀ। ਉਹ ਇਹੋ ਜਿਹੇ ਜਾਦੂਗਰੀ ਭਾਸ਼ਣ ਦਿੰਦੇ ਨੇ, ਪਰ ਜਵਾਨ ਸਭ ਕੁਝ ਸਮਝਦੇ ਨੇ। ਜਵਾਨਾਂ ਨੂੰ ਪਤਾ ਹੈ। ਮੇਰਾ ਤਾਂ ਟੈਲੀਫੋਨ ਖੜਕਣੋਂ ਲੈਂਡਲਾਈਨ ਹਟਦਾ ਨਹੀਂ ਜਦੋਂ ਤੋਂ ਆ ਕੱਲ੍ਹ ਦਾ ਪਰਸੋਂ ਦਾ ਚੱਲ ਰਿਹਾ। ਇਸ ਵਾਸਤੇ ਮੈਂ ਸਮਝਦਾ ਹਾਂ, ਚਲੋ ਦੇਖੋ ਕੋਈ ਵੀ ਬਦਲਾਅ ਦੇ ਵਿੱਚ ਮੁਖਾਲਫਤ ਰੱਬ ਹੁੰਦੀ ਹੈ। ਅਤੇ ਜਿਹੜੇ ਹੁਣ 3 ਸੈਨਾ ਮੁਖੀਆਂ ਦੀ ਹਾਜ਼ਰੀ 'ਚ ਜਾਂ ਹੋਰ ਲੈਫਟੀਨੈਂਟ ਜਨਰਲ ਕੀਤਾ ਗਿਆ, ਉਹਨਾਂ 'ਤੇ ਕਰਨਾ ਹੀ ਸੀਗਾ ਇਹਦਾ ਸਵਾਗਤ। ਕਿਉਂਕਿ ਇੱਕ ਤਾਂ ਉਹਦੇ ਨਾਲ ਇਹ ਵੀ ਖਬਰ ਛਪੀ ਹੈ ਕਿ ਉਹਨਾਂ ਦੇ ਸਿਰ 'ਤੇ ਵੀ CDS ਲਾਣਾ, ਉਹ ਤਲਵਾਰ ਵੀ ਲਟਕ ਰਹੀ ਹੈ। ਇਸ ਵਾਸਤੇ ਜਿੱਦਾਂ ਮੈਂ ਕਿਹਾ ਨਹੀਂ ਕਰਾਂਗੇ ਪੈਨਸ਼ਨ ਲਾਗੂ, ਪਰ ਸਭ ਤੋਂ ਜ਼ਿਆਦਾ ਤਾਂ ਇੱਜ਼ਤ ਮਾਨ ਸਤਿਕਾਰ ਵਾਲੀ ਗੱਲ ਹੈ ਜੋ ਇਹ ਸਰਕਾਰ ਨਹੀਂ ਦੇ ਪਾ ਰਹੀ ਅੱਜ ਕੱਲ੍ਹ ਫੌਜੀਆਂ ਨੂੰ। ਫੌਜ ਨੂੰ ਨਹੀਂ ਮਿਲਿਆ ਜੋ ਇੱਜ਼ਤ ਮਾਨ ਸਤਿਕਾਰ ਮਿਲਣਾ ਚਾਹੀਦਾ ਸੀਗਾ। ਅਤੇ ਇਹ ਜੇ ਦੇਣਗੇ, ਇਸੇ ਤਰ੍ਹਾਂ ਭਲਾਈ ਹੋਏ, ਇਹ ਦੇਣਗੇ ਤਾਂ
ਇਜ਼ਰਾਈਲ ਦੀ ਤਰ੍ਹਾਂ ਜੇ ਉਹਨਾਂ ਦੇ ਵੀ ਬੱਚੇ ਉੱਥੇ ਜਾ ਕੇ ਸਰਹੱਦਾਂ ਤੇ ਜਾਣ, ਇਹਨਾਂ ਦੇ ਆਪਣੇ ਚਹੇਤੇ ਉੱਥੇ ਪਹੁੰਚਣ, ਇਹਨਾਂ ਨੂੰ ਪਤਾ ਲੱਗੇ। ਇਹ ਬਿਊਰੋਕ੍ਰੇਸੀ ਜਿਹੜੀਆਂ ਗੱਲਾਂ ਕਰਦੇ ਨੇ, ਜਦੋਂ ਇਹ ਹਾਈ ਐਲਟੀਟਿਊਡ ਜਾਂਦੇ ਆਪਣਾ ਅਲਾਉਂਸ ਦੱਬ ਕੇ ਵਧਾਉਂਦੇ ਨੇ। ਇੱਕ ਜਾਰਜ ਫਰਨਾਂਡਸ ਡਿਫੈਂਸ ਮਿਨਿਸਟਰ ਸੀਗਾ, ਜਿਹਨੇ ਅਸਲੀ ਤੌਰ ਤੇ ਜ਼ਮੀਨ ਤੋਂ ਉੱਠਿਆ ਹੋਇਆ ਨੇਤਾ, ਜਿਹਨੇ ਉੱਥੇ ਜਾ ਕੇ ਸਿਆਚਨ ਵਰਗੇ ਜਾ ਕੇ ਸਨੋ ਸਕੂਟਰ ਵਰਗੀਆਂ ਜਿਹੜੀਆਂ ਕਾਰਜਾਂ ਪੂਰਾ ਕਰਨ ਵਾਸਤੇ ਇਹੋ ਜਿਹੇ ਪੈਕੇਜ ਲਿਖੇ ਉੱਥੇ, ਤੇ ਰਮ ਦਾ ਇੱਕ ਪੈਗ ਫ੍ਰੀ ਮਿਲਦਾ ਸੀ ਇਹੋ ਜਿਹੇ, ਤੇ ਉਹਨੇ ਮੇਵੇ ਸਭ ਕੁਝ ਢੇਰ ਲਵਾਤੇ। ਸਾਨੂੰ ਇਹੋ ਜਿਹੇ ਨੇਤਾ ਦੀ ਲੋੜ ਹੈ ਜਿਹੜਾ ਕਿ ਦੇਸ਼ ਦੀ ਕੌਮੀ ਏਕਤਾ ਨੂੰ ਬਰਕਰਾਰ ਰੱਖਣ ਵਾਸਤੇ, ਦੇਸ਼ ਤੇ ਏਕਤਾ ਅਖੰਡਤਾ ਨੂੰ ਬਰਕਰਾਰ ਰੱਖਣ ਵਾਸਤੇ ਫੌਜ ਦਾ ਮਨੋਬਲ ਉੱਚਾ ਉਠਾ ਸਕੇ। ਧੰਨਵਾਦ ਬ੍ਰਿਗੇਡੀਅਰ ਸਾਹਿਬ, ਸਾਡੇ ਨਾਲ ਗੱਲਬਾਤ ਕੀਤੀ। ਹਰ ਵਾਰ ਤੁਸੀਂ ਆਪਦੇ ਬਹੁਮੁੱਲੇ ਵਿਚਾਰ ਦਿੰਦੇ ਹੋ, ਸਮਾਂ ਦਿੰਦੇ ਹੋ, ਤੁਹਾਡਾ ਬਹੁਤ ਬਹੁਤ ਸ਼ੁਕਰੀਆ। ਧੰਨਵਾਦ। ਥੈਂਕ ਯੂ ਵੈਰੀ ਮੱਚ ਅਨਪ੍ਰੀਤ ਜੀ, ਥੈਂਕ ਯੂ ਵੈਰੀ ਮੱਚ। ਤਾਂ ਬ੍ਰਿਗੇਡੀਅਰ ਕੁਲਦੀਪ ਸਿੰਘ ਕਾਲੂ ਜੀ ਹੋਰਾਂ ਦੇ ਨਾਲ ਗੱਲਬਾਤ ਕੀਤੀ, ਸਮਝਣ ਦੀ ਕੋਸ਼ਿਸ਼ ਕੀਤੀ ਕਿ ਇਹ ਪੂਰਾ ਮਸਲਾ ਹੈ ਕੀ ਹੈ, ਤਾਂ ਇਸ ਦਾ ਨੌਜਵਾਨਾਂ ਦੇ ਵਿੱਚ ਜਿਹੜੀ ਭਰਤੀ ਹੋਏਗੀ ਉਹਦਾ ਨੁਕਸਾਨ ਕੀ ਹੋਏਗਾ ਤੇ ਉਹਦਾ ਫਾਇਦਾ ਕੀ ਹੋਏਗਾ, ਇਹ ਸਮਝਣ ਦੀ ਕੋਸ਼ਿਸ਼ ਕੀਤੀ ਹੈ। ਤੇ ਤੁਹਾਡੇ ਇਸ ਬਾਰੇ ਕੀ ਵਿਊਜ਼ ਨੇ, ਕੀ ਵਿਚਾਰ ਨੇ, ਟਿੱਪਣੀਆਂ ਦੇ ਰੂਪ ਦੇ ਵਿੱਚ ਸਾਨੂੰ ਆਪਣੇ ਵਿਚਾਰ ਜ਼ਰੂਰ ਦਿਓ। ਫਿਲਹਾਲ ਕੈਮਰਾਮੈਨ ਲਲਿਤ ਪਾਂਡੇ ਦੇ ਨਾਲ ਮੈਨੂੰ ਅਨੰਦਪ੍ਰੀਤ ਸਿੰਘ ਨੂੰ ਦਿਓ ਇਜਾਜ਼ਤ। ਵੇਖਦੇ ਰਹੋ ਪ੍ਰਾਈਮ ਏਸ਼ੀਆ ਟੀਵੀ, ਤੁਹਾਡਾ ਆਪਣਾ, ਤੁਹਾਡੇ ਲਈ। ਸਤਿ ਸ਼੍ਰੀ ਅਕਾਲ।